अस्सलाम वालेकुम दोस्तों, सलाम लो जी। अस्सलाम वालेकुम वरहमतुल्लाह। की हाल है दोस्तों? ਅੱਜ ਅਸੀਂ ਤੈयਬ ਨਾਲ ਗੱਪਸ਼ਪ ਕਰਾਂਗੇ। ਵੈਸੇ ਤੇ ਤੈयब ਨੂੰ ਪੁੱਛਾਂਗੇ ਕਿ ਫੈਮਿਲੀ ਨੂੰ ਕਿਸ ਤਰ੍ਹਾਂ ਮੈਨੇਜ ਕਰਨਾ ਚਾਹੀਦਾ ਹੈ। ਇਹ ਸਾਡੀ ਸਿਰਫ ਜ਼ਾਤੀ ਰਾਏ ਹੋਏਗੀ ਕਿ ਫੈਮਿਲੀ ਨੂੰ ਮੈਨੇਜ ਕਰਨ ਲਈ ਕੀ ਤਰੀਕਾ ਅਖਤਿਆਰ ਕਰਨਾ ਚਾਹੀਦਾ ਕਿ ਬੱਚਿਆਂ ਨੂੰ ਵੀ ਟਾਈਮ ਦੇ ਪਾਓ, ਫੈਮਿਲੀ ਨੂੰ ਵੀ, ਬੇਗਮ ਨੂੰ ਵੀ। ਇਹ ਜਿਹੜੀ ਕੀ ਕਰਨਾ ਚਾਹੀਦਾ ਸਾਨੂੰ? ਤੈयब ਸਾਹਿਬ ਤੁਸੀਂ ਆਪਣਾ ਜ਼ਾਤੀ ਤਜਰਬਾ ਦੱਸੋ। ਮੇਰਾ ਜ਼ਾਤੀ ਤਜਰਬਾ ਤੇ ਇਹ ਵਾ ਕਿ ਫੈਮਿਲੀ ਨੂੰ ਤੁਸੀਂ ਟਾਈਮ ਦਿਓ ਜੀ। ਕੰਮ ਕਰੋ, ਕੰਮ ਤੇ ਵੀ ਜ਼ਰੂਰੀ ਹੈ ਟਾਈਮ ਦੇਣਾ, ਕਿਉਂਕਿ ਕੰਮ ਵੀ ਜ਼ਿੰਦਗੀ ਵਾਸਤੇ, ਜ਼ਿੰਦਗੀ ਨੂੰ ਚਲਾਉਣ ਵਾਸਤੇ ਜੀ ਜ਼ਰੂਰੀ ਹੈ। ਤੇ ਉਸ ਤੋਂ ਬਾਅਦ ਜਿਹੜਾ ਇਹ ਵਾ ਕਿ ਫੈਮਿਲੀ ਨੂੰ ਜਿੰਨਾ ਟਾਈਮ ਦੇ ਸਕਦੇ ਹੋ ਉਹ ਦਿਓ ਜੀ। ਬਿਲਕੁਲ ਮੇਰਾ ਵੀ ਜ਼ਾਤੀ ਇਹ ਖਿਆਲ ਹੈ ਕਿ ਫੈਮਿਲੀ ਨੂੰ ਟਾਈਮ ਜ਼ਿਆਦਾ ਤੋਂ ਜ਼ਿਆਦਾ ਦਿਓ। ਆਪਣਾ ਕੰਮ ਤੇ ਵੀ ਜਾਓ, ਕੰਮ ਤੇ ਜ਼ਰੂਰੀ ਹੈ, ਜ਼ਾਹਰ ਜ਼ਿੰਦਗੀ ਦਾ ਹਿੱਸਾ ਹੈ, ਲੇਕਿਨ ਉਸ ਤੋਂ ਇਲਾਵਾ ਆਪਣੀ ਫੈਮਿਲੀ ਨੂੰ ਟਾਈਮ ਦਿਓ। ਅੱਜ ਕੱਲ ਮੇਰਾ ਜ਼ਾਤੀ ਖਿਆਲ ਹੈ ਕਿ ਜੋ ਹਰ ਬੰਦੇ ਨੂੰ ਪਤਾ ਹੈ ਕਿ ਹੈਂਡੀਆਂ ਉੱਤੇ ਬਹੁਤ ਟਾਈਮ ਜ਼ਾਇਆ ਹੁੰਦਾ ਹੈ ਕਿ ਹੈਂਡੀ ਨੂੰ ਜਦੋਂ ਘਰ ਆ ਜਾਵੋ ਤੇ ਮੇਰੇ ਦੋਸਤੋ ਆਪਣਾ ਹੈਂਡੀ ਸਾਈਡ ਤੇ ਰੱਖੋ, ਆਪਣੇ ਬੱਚਿਆਂ ਨੂੰ ਟਾਈਮ ਦਿਓ, ਆਪਣੀ ਫੈਮਿਲੀ ਨੂੰ ਤੋਂ ਮੁਰਾਦ ਬੇਗਮ ਨੂੰ ਟਾਈਮ ਦਿਓ। ਇਸ ਤਰ੍ਹਾਂ ਹੀ ਹੈ ਕਿ ਜਿੰਨਾ ਟਾਈਮ ਦਿਓਗੇ ਉਹਨਾਂ ਤੁਹਾਨੂੰ ਜ਼ਿਆਦਾ ਫਾਇਦਾ ਹੋਏਗਾ। ਜ਼ਾਹਰ ਹੈ ਜੋ ਤੁਸੀਂ ਚੀਜ਼ ਚਾਹੁੰਦੇ ਹੋ ਉਹ ਇਨਵੈਸਟ ਕਰੋਗੇ ਤੁਹਾਨੂੰ ਵਾਪਸ ਆਏਗੀ। ਅਗਰ ਕਿਸੇ ਨੂੰ ਪਿਆਰ ਦੇਣਾ, ਪਿਆਰ ਲੈਣਾ ਚਾਹੁੰਦੇ ਹੋ, ਪਿਆਰ ਦੋਗੇ ਤਾਂ ਪਿਆਰ ਆਏਗਾ। ਵਕਤ ਦਿਓਗੇ ਤਾਂ ਵਕਤ ਕੋ ਤੁਹਾਨੂੰ ਦੇਗਾ। ਇਸ ਲਈ ਦੁਨੀਆ ਤੇ ਜਿਹੜੀ ਚੀਜ਼ ਤੁਸੀਂ ਲੈਣਾ ਚਾਹੁੰਦੇ ਹੋ ਪਹਿਲੇ ਦਿਓਗੇ ਤੁਹਾਨੂੰ ਵਾਪਸ ਆਏਗੀ। ਇੱਕ ਹੋਰ ਚੀਜ਼ ਹੈ ਕਿ ਅੱਜ ਕੱਲ ਜਿਹੜਾ ਹੈਂਡੀ ਦਾ ਦੌਰ ਹੈ, ਬਿਲਕੁਲ ਜਿਸ ਤਰ੍ਹਾਂ ਮਤਲਬ ਕਿ ਲੋਕ ਜਾਂਦੇ ਨੇ ਕੰਮਾਂ ਦੇ ਵਿੱਚ, ਕੰਮਾਂ ਤੋਂ ਘਰ ਜਾਂਦੇ ਨੇ, ਜਾ ਕੇ ਹੈਂਡੀ ਫੜ ਲੈਂਦੇ ਨੇ ਜੀ। ਬੇਗਮ ਲੈਦਾ ਹੈਂਡੀ ਲੈ ਕੇ ਬੈਠੀ ਹੈ, ਬੰਦਾ ਲੈਦਾ ਵਾ, ਬੱਚੇ ਵਿਚਾਰੇ ਲੈਦਾ, ਉਹ ਦੇਖਦੇ ਨੇ ਕਿ ਕੀ ਹੋ ਰਿਹਾ। ਇਸ ਵਜ੍ਹਾ ਤੋਂ ਕੁਝ ਬੱਚੇ ਫਿਰ ਜਿਹੜੇ ਨੇ ਉਹ ਜ਼ਿਹਨੀ ਟੈਨਸ਼ਨ ਡਿਸਟਰਬ ਹੋ ਜਾਂਦੇ ਨੇ। ਬਿਲਕੁਲ ਤੁਹਾਡੀ ਗੱਲ ਸਹੀ ਹੈ। ਹਾਂਜੀ, ਤੇ ਮੇਰਾ ਖਿਆਲ ਹੈ ਕਿ ਘਰ ਜਾਓ, ਹੈਂਡੀ ਰੱਖ ਦਿਓ। ਠੀਕ ਹੈ, ਕੋਈ ਐਮਰਜੈਂਸੀ ਹੈ ਵਾ ਕੋਈ ਤੇ ਫਿਰ ਇਸਤੇਮਾਲ ਕਰੋ, ਜੇ ਨਹੀਂ ਤੇ ਰੱਖ ਦਿਓ। ਬੇਗਮ ਨੂੰ ਵੀ ਕਹੋ ਹੈਂਡੀ ਇੱਕ ਸਾਈਡ ਤੇ ਰੱਖ ਦੇਵੇ ਔਰ ਆਪਸ ਚ ਗੱਲਾਂ ਬਾਤਾਂ ਕਰੋ, ਜਿਸ ਤਰ੍ਹਾਂ ਕਿ ਪਹਿਲੇ ਲੋਕ ਕਰਦੇ ਹੁੰਦੇ ਸਨ। ਪਹਿਲੇ ਜਦੋਂ ਹੈਂਡੀ ਨਹੀਂ ਸੀ ਹੈ ਤੇ ਇਸੇ ਤਰ੍ਹਾਂ ਹੀ ਸੀ, ਉਦੋਂ ਪਿਆਰ ਮੁਹੱਬਤ ਹੁੰਦਾ ਸੀ, ਉਦੋਂ ਗੱਲਾਂ ਚੋਂ ਗੱਲਾਂ ਨਿਕਲਦੀਆਂ ਸਨ। ਇਨਫੋਰਮੇਸ਼ਨ ਵੱਡਿਆਂ ਦੇ ਕੋਲ, ਬਜ਼ੁਰਗਾਂ ਕੋਲ ਬਹਿਣੀ ਜਾਂ ਆਪਸ ਦੇ ਵਿੱਚ ਫੈਮਿਲੀ ਦੇ ਵਿੱਚ ਬਹਿਣਾ ਤੇ ਇੱਕ ਦੂਸਰੇ ਕੋਲੋਂ ਨਾਲ ਗੱਲਾਂ ਕਰਨੀਆਂ, ਪਿਆਰ ਮੁਹੱਬਤ, ਉਹ ਚੀਜ਼ ਹੁਣ ਰਹੀ ਨਹੀਂ। ਤੁਹਾਡੀ ਗੱਲ ਤੋਂ ਮੈਨੂੰ ਗੱਲ ਯਾਦ ਆਈ ਤੇ ਮੈਂ ਕਿ ਭੁੱਲ ਨਾ ਜਾਵਾਂ ਕਿ ਵਾਕਈ ਦੋਸਤੋ ਹੁਣ ਇਹ ਗੱਲ ਹੈ ਜੋ ਤैयब ਸਾਹਿਬ ਨੇ ਕੀਤੀ, ਬਿਲਕੁਲ ਉਸ ਗੱਲ ਨੂੰ ਮੈਂ ਕਰਾਂਗਾ ਕਿ ਪਹਿਲੇ ਦੌਰ ਦੇ ਵਿੱਚ ਫੈਮਿਲੀ ਸਿਸਟਮ ਤਾਂ ਜ਼ਿਆਦਾ ਸਟਰੋਂਗ ਸੀ ਔਰ ਬਹੁਤ ਜ਼ਿਆਦਾ ਸਟਰੋਂਗ ਹੁੰਦਾ ਸੀ ਕਿ ਹੈਂਡੀ ਨਹੀਂ ਸਣ ਹੁੰਦੇ, ਇੱਕ ਦੂਜੇ ਨੂੰ ਸਾਰੇ ਟਾਈਮ ਦੇ ਪਾਉਂਦੇ ਸਨ, ਬੜਾ ਘੁਲ ਮਿਲ ਜਾਂਦੇ ਸਨ, ਘਰ ਆਉਣਾ, ਹੱਸਣਾ ਖੇਡਣਾ ਤੇ ਬੜੀ ਗੱਪਸ਼ਪ ਹੋਣੀ। ਅੱਜ ਕੱਲ ਸਭ ਨਾਲ ਵੱਡਾ ਫੈਕਟ ਇਹ ਹੈ ਕਿ ਹੈਂਡੀ, ਹਰ ਬੰਦਾ ਹੈਂਡੀ ਤੇ ਲੱਗਾ, ਘਰ ਆਏ ਉਹ ਬੰਦਾ ਹੈਂਡੀ ਤੇ ਵੇ, ਬੇਗਮ ਆਪਣਾ ਹੈਂਡੀ ਤੇ ਲੱਗੀ ਹੈ, ਹਰ ਬੱਚਾ ਆਪਣੇ ਹੈਂਡੀ ਤੇ ਲੱਗਾ ਹੈ ਜਾਂ ਗੈਜਟ ਤੇ ਲੱਗਾ ਹੈ ਜਾਂ ਬੱਚੇ ਟੈਬਲੇਟ ਤੇ ਲੱਗੇ ਨੇ, ਮੁਖਤਲਿਫ ਕਿਸਮ ਦੇ ਜੋ ਵੀ ਨੇ। ਅੱਜ ਕੱਲ ਜਿਹੜੀ ਬਿਮਾਰੀ ਆਈ ਹੈ ਉਹਦੇ ਤੇ ਲੱਗੇ ਨੇ ਤੇ ਆਪਣੀ ਫੈਮਿਲੀ ਦੇ ਵਿੱਚ ਕੋਲ ਰਹਿ ਕੇ ਵੀ ਰਾਬਤਾ ਨਹੀਂ ਹੁੰਦਾ। ਤੇ ਦੋਸਤਾਂ ਨੂੰ ਚਾਹੀਦਾ ਹੈ, ਸਭ ਭੈਣ ਭਾਈਆਂ ਨੂੰ, ਮੇਰਿਆਂ ਨੂੰ ਚਾਹੀਦਾ ਹੈ ਕਿ ਜਦੋਂ ਘਰ ਆਓ ਜਾਂ ਇਕੱਠੇ ਹੋਵੋ ਕਿਤੇ ਵੀ ਤੇ ਹੈਂਡੀ ਆਪਣੇ ਰੱਖ ਦਿਓ ਤੇ ਇੱਕ ਦੂਜੇ ਨੂੰ ਸਾਰੇ ਖੁੱਲ੍ਹ ਕੇ ਟਾਈਮ ਦਿਓ, ਗੱਪਸ਼ਪ ਕਰੋ, ਇੱਕ ਮਜ਼ੇ ਲਵੋ ਜ਼ਿੰਦਗੀ ਦੇ। ਔਰ ਕਮਿਊਨੀਕੇਸ਼ਨ ਤੁਹਾਡਾ ਤਦ ਹੀ ਸਟਰੋਂਗ ਹੋਏਗਾ ਤਾਂ ਹੀ ਹੈ। ਅੱਜ ਕੱਲ ਤੁਸੀਂ ਵੇਖੋ ਮੀਆਂ ਬੀਵੀ ਆਪਸ ਚਿੜੇ ਰਹਿੰਦੇ ਨੇ। ਉਹ ਕਿਉਂ ਚਿੜੇ ਰਹਿੰਦੇ ਨੇ? ਕਈ ਸੋਚਿਆ ਬੱਚੇ ਜਿਹੜੇ ਨੇ ਉਹ ਮਾਂ ਬਾਪ ਤੋਂ ਚਿੜੇ ਰਹਿੰਦੇ ਨੇ ਤੇ ਜਿਹੜਾ ਬਾਪ ਹੈ ਉਹ ਬੱਚਿਆਂ ਚਿੜਿਆ ਹੁੰਦਾ ਹੈ, ਮਾਂ ਬੱਚਿਆਂ ਚਿੜੀ ਹੁੰਦੀ। ਉਹਦੀ ਵਜ੍ਹਾ ਕੀ ਹੈ? ਉਹਦਾ ਪਿੱਛੇ ਹਿੰਟਨ ਗਰਾਊਂਡ ਸਬਬ ਕੀ ਹੈ? ਉਹਦਾ ਸਬਬ ਸਿਰਫ ਇਹ ਹੈ ਕਿ ਹੈਂਡੀ। ਅਗਰ ਤੁਸੀਂ ਸਾਰਾ ਕੁਝ ਕੱਢ ਕੇ ਵੇਖੋਗੇ ਤੇ ਹੈਂਡੀ ਕਿਉਂ? ਤੇ ਫਿਰ ਦੱਸੋ। ਇਸੇ ਤਰ੍ਹਾਂ ਹੀ ਹੈ, ਕਿਉਂਕਿ ਦੇਖੋ ਅਸੀਂ ਹੈਂਡੀ ਦੇਖਨੇ ਆ, ਜਦੋਂ YouTube ਖੋਲਨੇ ਆ ਜਾਂ Facebook ਇਸਤੇਮਾਲ ਕਰਨੇ ਆ, ਸਾਡੇ ਦਿਮਾਗ ਦੇ ਵਿੱਚ ਉਹ ਚੀਜ਼ਾਂ ਜਿਹੜੀਆਂ ਨੇ ਉਹ ਜਾਂਦੀਆਂ ਨੇ ਨੈਗੇਟਿਵ ਚੀਜ਼ਾਂ ਜਾਂਦੀਆਂ ਨੇ। ਠੀਕ ਹੈ, ਕੋਈ ਲੜਾਈ ਦੇਖਨੇ ਆ, ਕੋਈ ਮਤਲਬ ਇੰਟਰਨੈਟ ਤੇ ਇਸੇ ਤਰ੍ਹਾਂ ਹੀ ਉਹ ਸਾਡੇ ਦਿਮਾਗ ਦੇ ਵਿੱਚ ਜਾਂਦੀ ਇੱਕ ਸਾਡਾ ਦਿਮਾਗ ਵੀ ਜਿਹੜਾ ਵਾ ਇੱਕ ਮਾਈਨਸ ਜਿਹੜਾ ਉਹ ਹੋ ਜਾਂਦਾ ਵੇ। ਠੀਕ ਹੈ, ਔਰ ਫਿਰ ਉਹੀ ਅਸੀਂ ਚੀਜ਼ ਜਿਹੜੀ ਘਰ ਫਿਰ ਇੱਕ ਦੂਸਰੇ ਤੋਂ ਖਿੱਚਣਾ, ਯਾਨੀ ਕਿ ਚਿੜੇ ਹੁੰਨੇ ਆ, ਇਹਨੇ ਮੈਨੂੰ ਇੰਜ ਕਿਉਂ ਕਿਹਾ, ਇਹਨੇ ਮੈਨੂੰ ਇਸ ਤਰ੍ਹਾਂ ਕਿਉਂ ਕਿਹਾ। ਦੋਸਤੋ ਫਿਰ ਬਹੁਤ ਤैयब ਸਾਹਿਬ ਦੀ ਗੱਲ ਬਿਲਕੁਲ ਠੀਕ ਹੈ। ਛੋਟੀ ਛੋਟੀ ਗੱਲ ਸਾਨੂੰ ਨਾ ਬੰਬ ਲੱਗਦੀ ਹੈ ਔਰ ਜ਼ਹਿਰ ਲੱਗਦੀ ਹੈ ਕਿ ਮੈਨੂੰ ਮੇਰੇ ਈਗੋ ਹਰਟ ਹੋ ਗਿਆ, ਮੈਨੂੰ ਕਿਸੇ ਨੇ ਕਿਉਂ ਇਹ ਕਹਿਤਾ। ਉਹਦੀ ਵਜ੍ਹਾ ਇਹ ਨਹੀਂ ਹੁੰਦੀ, ਉਹਦੀ ਵਜ੍ਹਾ ਇਹ ਹੁੰਦੀ ਕਿ ਅਸੀਂ ਕਦੀ ਬੈਠੇ ਨਹੀਂ, ਕਦੀ ਗੱਪਸ਼ਪ ਨਹੀਂ ਕੀਤੀ, ਕਦੀ ਆਪਸ ਦਿਲ ਦੇ ਰਾਜ਼ ਖੋਲੇ ਨਹੀਂ, ਕਦੀ ਬੱਚਿਆਂ ਨਾਲ ਉਹ ਗੈਦਰਿੰਗ ਨਹੀਂ ਹੋਈ। ਤੇ ਫਿਰ ਜਦੋਂ ਕੋਈ ਛੋਟੀ ਜਿਹੀ ਗੱਲ ਵੀ ਹੁੰਦੀ ਹੈ ਤਾਂ ਬੜੀ ਜ਼ਿਆਦਾ ਚੁੱਭਦੀ ਹੈ, ਤਾਂ ਇੰਜ ਲੱਗਦਾ ਕਿ ਮੈਨੂੰ ਬੰਬ ਮਾਰਤਾ, ਮੇਰੀ ਈਗੋ ਹਰਟ ਹੋ ਗਿਆ, ਇੰਜ ਹੋਇਆ। ਫਿਰ ਉਹ ਲੜਾਈ
ਫਿਰ ਉਹ ਵੱਡੀ ਲੜਾਈ ਬਣ ਜਾਂਦੀ ਹੈ। ਔਰ ਤੁਸੀਂ ਇਹ ਦੇਖਿਆ ਵਾ ਕਿ ਕਦੀ ਆਪਣਾ ਦੌਰ ਮਤਲਬ ਕਿ ਬਚਪਨ ਦੇ ਵਿੱਚ ਚੱਲ ਜਾਈਏ, ਬੜੇ ਸੁਹਾਣੇ ਦੌਰ ਜਦੋਂ ਹੈਂਡ ਨਹੀਂ ਸੀ ਹੈ ਕਿ ਬਜ਼ੁਰਗਾਂ ਨੇ ਕਿਸੇ ਨੂੰ ਕੋਈ ਗਾਲ ਵੀ ਕੱਢ ਦਿੱਤੀ, ਬੱਚਿਆਂ ਨੂੰ ਅਬਲ ਤੇ ਮਾਰਦੇ ਸਨ, ਉਦੋਂ ਕਿਉਂ ਨਹੀਂ ਮਾਰਦੇ ਸਨ, ਤੇ ਉਦੋਂ ਬੱਚੇ ਉਹਨਾਂ ਨੂੰ ਡਰ ਹੁੰਦਾ ਸੀ ਬਜ਼ੁਰਗਾਂ ਦਾ, ਠੀਕ ਹੈ, ਕਦੀ ਗੁੱਸਾ ਨਹੀਂ ਸੀ ਕੀਤਾ। ਜੇ ਸਾਨੂੰ ਵੀ ਕਿਤੇ ਮਾਰ ਪਈ, ਕਿਸੇ ਵੱਡੇ ਨੇ ਮਾਰਿਆ ਤਾਂ ਅਸੀਂ ਕਦੀ ਗੁੱਸਾ ਨਹੀਂ ਸੀ ਕੀਤਾ, ਠੀਕ ਹੈ, ਅਸੀਂ ਫਿਰ ਠੀਕ ਹੋ ਜਾਣਾ। ਔਰ ਸਾਡੇ ਦਿਲ 'ਚ ਇਹ ਹੋਣਾ ਕਿ ਸਾਡੇ ਤੋਂ ਸਾਨੂੰ ਮਾਰ ਕੇ ਵੀ ਯਾਰ ਨਾਰਾਜ਼ ਤੇ ਨਹੀਂ ਕਿਤੇ, ਅੱਜ ਕੋਈ ਬੱਚੇ ਨੂੰ ਮਤਲਬ ਸਭ ਹੈਂਡੀ ਦੀ ਵਜ੍ਹਾ ਤੋਂ ਸਭ ਕੁਝ ਹੋਇਆ ਉਹ, ਠੀਕ ਹੈ, ਤੇ ਇਹ ਸਭ ਹੈਂਡੀ ਦੀ ਵਜ੍ਹਾ ਤੋਂ, ਕਿਉਂਕਿ ਦੇਖ ਲਓ ਅੱਜ ਕੱਲ ਦੇ ਬੱਚੇ ਜਿਹੜੇ ਨੇ ਉਹਨਾਂ ਨੂੰ ਤੁਸੀਂ ਤਰ੍ਹਾਂ ਝਿੜਕੋਗੇ ਔਰ ਉਹ ਨਾਰਾਜ਼ ਹੋਣਗੇ, ਇਸ ਤਰ੍ਹਾਂ ਨਾਰਾਜ਼ ਹੋਣਗੇ ਕਿ ਜਿਸ ਤਰ੍ਹਾਂ ਪਤਾ ਨਹੀਂ ਤੁਸੀਂ ਉਹਨਾਂ ਨੂੰ ਕੀ ਕਿਹਾ ਹੈ। ਬਿਲਕੁਲ ਜੀ, ਔਰ ਸਭ ਕੁਝ ਦੱਸਿਆ ਨਾ ਕਿ ਟਾਈਮ ਨਾ ਦੇਣ ਦਾ ਸਾਰਾ ਉਹਦੀ ਵਜ੍ਹਾ ਨਾਲ ਸਾਰੇ ਸਵਾਲ ਪੈਦਾ ਹੁੰਦੇ ਨੇ। ਤਾਂ ਤੁਸੀਂ ਸਾਨੂੰ ਇੱਕ ਸਵਾਲ ਦਾ ਜਵਾਬ ਦਿਓ ਕਿ ਇੱਕ ਅੱਛਾ ਸ਼ੋਹਰ ਔਰ ਅੱਛਾ ਬਾਪ ਇਨਸਾਨ ਕਿਸ ਤਰ੍ਹਾਂ ਬਣ ਸਕਦਾ ਹੈ? ਅੱਛਾ ਬਾਪ ਤੇ ਇੰਜ ਹੀ ਬਣ ਸਕਦਾ, ਮੈਂ ਤੇ ਕਹਾਂਗਾ ਦੋਸਤਾਂ ਨੂੰ, ਜੋ ਮੈਨੂੰ ਵੀ ਸਮਝ ਆਈ ਜ਼ਿੰਦਗੀ ਦੇ ਵਿੱਚ, ਤੇ ਇਹ ਵੇ ਕਿ ਉਹਨਾਂ ਤੇ ਮੈਂ ਕਰ ਨਹੀਂ ਪਾਇਆ ਲੇਕਿਨ ਮੈਂ ਜ਼ਰੂਰ ਦਿਆਂਗਾ ਕਿ ਆਪਣੇ ਬੱਚਿਆਂ ਨੂੰ ਮੇਰੇ ਦੋਸਤੋ ਜ਼ਿਆਦਾ ਤੋਂ ਜ਼ਿਆਦਾ ਟਾਈਮ ਦਿਓ, ਜਿੰਨਾ ਟਾਈਮ ਦੇ ਸਕਦੇ ਹੋ ਆਪਣੇ ਦੋਸਤਾਂ ਆਪਣੇ ਬੱਚਿਆਂ ਦੇ ਦੋਸਤ ਬਣ ਜਾਵੋ। ਅਗਰ ਤੁਸੀਂ ਦੋਸਤ ਨਹੀਂ ਬਣੋਗੇ ਤੇ ਇਹ ਜ਼ਮਾਨਾ ਬੜਾ ਬੁਰਾ ਹੈ ਔਰ ਬੜਾ ਗੰਦਾ ਹੈ। ਜਿਹੜੇ ਬਾਹਰ ਦੇ ਲੋਕ ਨੇ ਉਹ ਉਹਨਾਂ ਦੇ ਦੋਸਤ ਬਣ ਕੇ ਉਹਨਾਂ ਨੂੰ ਖਰਾਬ ਕਰ ਦੇਣਗੇ। ਇਸ ਤੋਂ ਪਹਿਲੇ ਕਿ ਤੁਸੀਂ ਆਪਣੇ ਬੱਚਿਆਂ ਨੂੰ ਟਾਈਮ ਦੇ ਕੇ ਆਪਣੇ ਦੋਸਤ ਬਣਾ ਕੇ ਆਪਣੇ ਨਾਲ ਲਾ ਲਓ, ਉਹ ਤੁਹਾਡਾ ਹੀ ਖੂਨ ਹੈ, ਤੁਹਾਡਾ ਹੀ ਜਿਸਮ ਹੈ, ਤੁਹਾਡੇ ਜਿਸਮ ਦਾ ਹਿੱਸਾ ਹੈ। ਇਸ ਤੋਂ ਪਹਿਲੇ ਕਿ ਦੂਸਰਾ ਨਾਲ ਲਾਵੇ, ਤੁਸੀਂ ਕਿਉਂ ਨਾ ਆਪਣੇ ਬੱਚੇ ਨੂੰ ਆਪ ਨਾਲ ਲਾ ਲਓ। ਅੱਛਾ ਬਾਪ ਤੇ ਇਹ ਵੇ ਕਿ ਉਹਨਾਂ ਦੇ ਨਾਲ ਹੱਸੇ ਖੇਡੇ, ਉਹਨਾਂ ਨੂੰ ਟਾਈਮ ਦੇਵੇ, ਸਿਰਫ ਮੇਨ ਟਾਈਮ ਉਹਨਾਂ ਜ਼ਰੂਰਤਾਂ ਵੀ ਪੂਰੀਆਂ ਕਰੋ ਜਾਇਜ਼, ਲੇਕਿਨ ਉਹਨਾਂ ਨੂੰ ਟਾਈਮ ਜਿੰਨਾ ਤੋਂ ਜ਼ਿਆਦਾ ਦੇ ਸਕਦੇ ਹੋ। ਤੇ ਅੱਛਾ ਸ਼ੋਹਰ ਦਾ ਤਾਂ ਬਹੁਤ ਲੰਮਾ ਮੇਰੇ ਨਾਲ ਬਣਦਾ ਹੈ, ਲੇਕਿਨ ਮੁਕਤਸਰ ਇਹ ਵੇ ਕਿ ਅੱਛਾ ਸ਼ੋਹਰ ਬਣਨ ਲਈ ਉਹੀ ਕਹਾਂਗਾ ਕਿ ਕਈ ਘਰਾਂ ਦੇ ਵਿੱਚ ਇੰਝ ਹੁੰਦਾ ਹੈ ਕਿ ਇਨਸਾਨ ਜਿਹੜੇ ਮਰਦ ਨੇ ਉਹ ਬਾਹਰੋਂ ਆਉਂਦੇ ਨੇ, ਦੁਬਾਰਾ ਗੱਲ ਉਹ ਹੈਂਡੀਆਂ ਵਾਲੀ ਆ ਜਾਏਗੀ ਕਿ ਘਰ ਆਏ ਨੇ ਚਾਹੇ ਰੋਹ ਪਾਇਆ, ਇਹ ਨਹੀਂ ਕੀਤਾ, ਉਹ ਨਹੀਂ ਕੀਤਾ, ਫਲਾਹ ਨਹੀਂ ਕੀਤਾ, ਐਵੇਂ ਬਿਲਾ ਵਜ੍ਹਾ ਬੇਗਮਾਂ ਉੱਤੇ ਰੋਹ ਪਾਉਣਾ, ਬਿਲਾ ਵਜ੍ਹਾ ਬੇਗਮਾਂ ਉੱਤੇ ਗੁੱਸਾ ਕਰਨਾ, ਬੱਚਿਆਂ ਉੱਤੇ ਗੁੱਸਾ ਕਰਨਾ, ਬੱਚਿਆਂ ਨੂੰ ਟਾਈਮ ਨਾ ਦੇ ਪਾਉਣਾ। ਮੈਂ ਇੱਕ ਸਵਾਲ ਪੁੱਛਣਾ ਚਾਹਾਂਗਾ ਕਿ ਮੇਰੇ ਦੋਸਤਾਂ ਦੇ ਘਰ ਕਦੀ ਫ੍ਰਿਜ ਖਰਾਬ ਹੋਈ ਏ ਤੇ ਕਦੀ ਵੇਖਿਆ ਹੋਣਾ ਕਿ ਅੱਛੇ ਤੋਂ ਅੱਛਾ ਤੁਸੀਂ ਕਾਰੀਗਰ ਬੁਲਾਉਂਦੇ ਹੋ ਕਿ ਸਹੀ ਕਰ ਦੇਵੇ। ਕਦੀ ਟੀਵੀ ਖਰਾਬ ਹੋਇਆ ਹੈ, ਤੁਸੀਂ ਅੱਛੇ ਤੋਂ ਅੱਛਾ ਕਾਰੀਗਰ ਬੁਲਾਉਂਦੇ ਹੋ। ਘਰ ਦੇ ਵਿੱਚ ਤੁਹਾਡੀ ਮੈਂ ਕਿਹਾ ਤੁਹਾਡੇ ਕੋਲ 50 ਲੱਖ ਦੀ ਗੱਡੀ ਏ, ਅਗਰ ਖਰਾਬ ਹੋ ਜਾਵੇ ਤੇ ਕਿਸੇ ਚੋਟੀ ਦੇ ਕਾਰੀਗਰ ਕੋਲ ਲੈ ਕੇ ਜਾਂਦੇ ਹੋ, ਉਹਨੂੰ ਸਹੀ ਕਰ ਦੇਵੇ ਕਿ ਤਾਂ ਕਿ ਤੁਸੀਂ ਉਹਨੂੰ ਯਕੀਨ ਹੁੰਦਾ ਕਿ ਸਹੀ ਕਰ ਦੇਗਾ। ਅਗਰ ਮੇਰੇ ਦੋਸਤਾਂ ਨੂੰ ਇਸ ਤਰ੍ਹਾਂ ਮਸਲਾ ਹੈ ਕਿ ਗੁੱਸਾ ਹੁੰਦਾ ਹੈ ਔਰ ਅਜੀਬ ਚਿੜਚਿੜਾਪਨ ਨੇ, ਮੈਂ ਤੇ ਕਹਾਂਗਾ ਮੈਂ ਤੇ ਦੋਸਤਾਂ ਨੂੰ ਕਹਾਂਗਾ ਸਭ ਨੂੰ, ਤੁਹਾਡੇ ਨਾਲ ਕੱਲ ਵੀ ਗੱਲ ਹੋ ਰਹੀ ਸੀ ਕਿ ਅਗਰ ਕਿਸੇ ਨੂੰ ਇੰਨਾ ਗੁੱਸਾ ਹੁੰਦਾ ਹੈ, ਹਰ ਟਾਈਮ ਚਿੜਿਆ ਰਹਿੰਦਾ ਹੈ, ਤਾਂ ਮੇਰਾ ਖਿਆਲ ਕਿ ਜਿਵੇਂ ਚੀਜ਼ਾਂ ਨਹੀਂ ਜਿਹੜੇ ਅੱਛੇ ਕਾਰੀਗਰ ਬੁਲਾਉਂਦੇ ਹੋ, ਤੁਹਾਨੂੰ ਵੀ ਚਾਹੀਦਾ ਕਿ ਡਾਕਟਰ ਕੋਲ ਜਾਓ ਔਰ ਸਾਈਕੈਟਰਿਸਟ ਕੋਲ ਜਾਓ, ਉਹਨਾਂ ਕੋਲ ਜਾ ਕੇ, ਇਹ ਕੋਈ ਸਾਡੇ ਵਿੱਚ ਬਹੁਤ ਬੁਰਾ ਸਮਝਦੇ ਨੇ ਲੇਕਿਨ ਇਹ ਕੋਈ ਬੁਰਾਈ ਨਹੀਂ ਹੈ। ਅਗਰ ਤੁਹਾਨੂੰ ਲੱਗਦਾ ਕਿ ਤੁਸੀਂ ਕੁਝ ਜਿਹੜੀਆਂ ਗੱਲਾਂ ਨੇ ਉਹ ਆਪ ਨਾਰਮਲ ਸਹੀ ਨਹੀਂ ਕਰ ਰਹੇ, ਤੁਹਾਨੂੰ ਚਾਹੀਦਾ ਕਿ ਬੱਚਿਆਂ ਦਾ ਬਿਲਾ ਵਜ੍ਹਾ ਤੁਸੀਂ ਗੁੱਸਾ ਕਰ ਰਹੇ ਹੋ, ਬਿਲਾ ਵਜ੍ਹਾ ਚਿੜ ਰਹੇ ਹੋ, ਬੇਗਮ ਦੇ ਨਾਲ ਬਿਲਾ ਵਜ੍ਹਾ ਗਲਤ ਰਵੱਈਆ ਹੈ, ਤੁਹਾਨੂੰ ਚਾਹੀਦਾ ਕਿ ਤੁਸੀਂ ਵੀ ਡਾਕਟਰ ਕੋਲ ਜਾਓ ਤੇ ਜਾ ਕੇ ਆਪਣਾ ਚੈੱਕਅਪ ਕਰਾਓ ਤੇ ਆਪਣਾ ਉਹਦਾ ਇਲਾਜ ਕਰਾਓ। ਮੈਂ ਤੇ ਦੋਸਤਾਂ ਨੂੰ ਇਹ ਕਹਾਂਗਾ ਅੱਛਾ ਸ਼ੋਹਰ ਬਣਾਉਣ ਲਈ ਲਾਜ਼ਮੀ ਕਿ ਪਹਿਲੇ ਤੁਸੀਂ ਇੱਕ ਅੱਛਾ ਇਨਸਾਨ ਬਣਾਓ, ਫਿਰ ਅੱਛਾ ਬਾਪ ਵੀ ਬਣ ਜਾਓਗੇ ਤੇ ਅੱਛਾ ਸ਼ੋਹਰ ਵੀ ਬਣ ਜਾਓਗੇ। ਤਾਂ ਇਹ ਸਭ ਤੁਸੀਂ ਵੀ ਦੱਸੋ ਕਿ ਅੱਛਾ ਬਾਪ ਕਿਸ ਤਰ੍ਹਾਂ ਬਣ ਸਕਦਾ, ਅੱਛਾ ਸ਼ੋਹਰ, ਅੱਛਾ ਮੀਆਂ ਜਾਂ ਸ਼ੋਹਰ ਕਿਸ ਤਰ੍ਹਾਂ ਬਣ ਸਕਦਾ ਬੰਦਾ? ਕਰਨਾ ਤੁਸੀਂ ਸਾਰੀਆਂ ਕਰ ਛੱਡੀਆਂ ਨੇ, ਫਿਰ ਬਾਰ-ਬਾਰ ਕਰਨ ਵਾਲੀ ਉਹੀ ਗੱਲ ਹੈ ਕਿ ਤੁਸੀਂ ਮਤਲਬ ਟਾਈਮ ਦਿਓ, ਠੀਕ ਹੈ, ਔਰ ਅੱਛੇ ਤਰੀਕੇ ਨਾਲ ਰਹੋ ਆਪਣੀ ਫੈਮਿਲੀ ਦੇ ਨਾਲ ਜੀ, ਕਿ ਉਹਨਾਂ ਨੂੰ ਵਾਕਈ ਮਤਲਬ ਕਿ ਇੱਕ ਦੋਸਤਾਨਾ ਮਾਹੌਲ ਰੱਖੋ ਉਹਨਾਂ ਦੇ ਨਾਲ ਤੁਸੀਂ, ਕਿ ਜ਼ਾਹਰੀ ਗੱਲ ਹੈ ਜਦੋਂ ਬਾਹਰ ਜਾਂਦੇ ਨੇ ਬੱਚੇ ਜਾਂਦੇ ਨੇ ਬਾਹਰ ਦੋਸਤ ਬਣਾਉਂਦੇ ਨੇ, ਪਤਾ ਨਹੀਂ ਕਿਸ ਤਰ੍ਹਾਂ ਦੇ ਬਣਦੇ ਨੇ, ਕਿਸ ਤਰ੍ਹਾਂ ਦੇ ਨਹੀਂ ਦੋਸਤ ਬਣ ਜਾਂਦੇ ਤੈਯਬ ਸਾਹਿਬ। ਜੇ ਦੇਖੋ ਜਦੋਂ ਸੌਰੀ ਇੱਕ ਵਾਰ ਬਾਪ ਟਾਈਮ ਨਹੀਂ ਦੇਗਾ, ਉਹ ਬੱਚੇ ਬਾਹਰ ਜਾਣਗੇ, ਤੈਯਬ ਸਾਹਿਬ ਦੀ ਗੱਲ ਹੀ ਮੈਂ ਕਰ ਰਿਹਾ, ਉਹ ਬਾਹਰ ਜਾਣ ਕੇ ਬਾਹਰ ਉਹਨਾਂ ਨੇ ਸਹੀ ਦੋਸਤ ਬਣਨਗੇ, ਕੋਈ ਗਲਤ ਦੋਸਤ ਬਣਨਗੇ, ਉਹ ਕ੍ਰਾਈਮ ਦੇ ਵਿੱਚ ਚਲੇ ਜਾਣਗੇ। ਇਹੀ ਗੱਲ ਹੈ ਕਿ ਵਾਕਈ ਤੁਸੀਂ ਆਪ ਟਾਈਮ ਦੇ ਕੇ ਉਹਨਾਂ ਨੂੰ ਅੱਛਾ ਬਾਪ ਬਣ ਕੇ ਅੱਛਾ ਦੋਸਤ ਬਣ ਜਾਵੋ। ਯਾਨੀ ਕਹਿਣ ਦਾ ਮਤਲਬ ਉਹੀ ਹੈ ਕਿ ਦੇਖੋ ਉਹ ਬਾਹਰ ਜਾ ਕੇ ਕੋਈ ਉਹਨਾਂ ਨੂੰ ਪਿਆਰ ਨਾਲ ਬੁਲਾਏਗਾ, ਠੀਕ ਹੈ, ਉਹ ਉਹਨਾਂ ਨਾਲ ਹਰ ਘਰ ਦੀ ਗੱਲਾਂ ਵੀ ਸ਼ੇਅਰ ਕਰਨਗੇ, ਠੀਕ ਹੈ, ਔਰ ਇਹ ਗੱਲ ਗਲਤ ਹੈ। ਤੁਸੀਂ ਉਹਨਾਂ ਨੂੰ ਪਿਆਰ ਨਾਲ ਬੁਲਾਓ ਤਾਂ ਕਿ ਤੁਹਾਡੇ ਨਾਲ ਹਰ ਉਹ ਚੀਜ਼ ਸ਼ੇਅਰ ਕਰਨ ਜਿਹੜੀ ਉਹਨਾਂ ਨੇ ਬਾਹਰ ਕਰਨੀ ਹੈ, ਠੀਕ, ਔਰ ਜੋ ਬਾਹਰ ਕਰਕੇ ਆਏ ਨਾ ਤੁਹਾਡੇ ਨਾਲ ਆ ਕੇ ਸ਼ੇਅਰ ਕਰਨ, ਤੁਸੀਂ ਉਹਨਾਂ ਨੂੰ ਫਿਰ ਪਿਆਰ ਨਾਲ ਸਮਝਾਓ ਕਿ ਬੇਟਾ ਇਸ ਤਰ੍ਹਾਂ ਨਹੀਂ, ਇਹ ਗੱਲ ਗਲਤ ਹੈ, ਇਸ ਤਰ੍ਹਾਂ ਨਹੀਂ ਚੱਲਣਾ, ਇਸ ਤਰ੍ਹਾਂ ਚੱਲਣਾ ਤੁਸੀਂ। ਔਰ ਜਿਹੜਾ ਮੀਆਂ ਹਰ ਟਾਈਮ ਗੁੱਸੇ 'ਚ ਹੋਏਗਾ, ਅੱਜ ਮੀਆਂ ਦੇ ਬਾਰੇ ਹੋ ਰਹੀ ਹੈ, ਫਿਰ ਕਦੀ ਦੂਸਰੀ ਵੀ ਕਰਾਂਗੇ, ਜਿਹੜਾ ਮੀਆਂ ਚੜਿਆ ਹੋਏਗਾ, ਗੁੱਸਾ ਕਰੇਗਾ ਹਰ ਗੱਲ ਤੇ, ਉਹਦੀ ਬੇਗਮ ਉਹਦੀ ਕਦੀ ਵੀ ਦੋਸਤ ਨਹੀਂ ਬਣੇਗੀ। ਉਹਦੀ ਇੱਕ ਹਰ ਮੀਆਂ ਬੀਵੀ ਦਾ ਆਪਸ ਵਿੱਚ ਦੋਸਤ ਦਾ ਰਿਸ਼ਤਾ ਵੀ ਹੋਣਾ ਚਾਹੀਦਾ ਹੈ। ਮੈਨੂੰ ਤੁਹਾਡੀ ਗੱਲ ਯਾਦ ਆਈ ਹੈ, ਬੱਚਿਆਂ ਨੇ ਜਿਵੇਂ ਆਈ ਹੈ ਕਿ ਅਗਰ ਤੁਸੀਂ ਅੱਛੇ ਸ਼ੋਹਰ ਜਾਂ ਨਰਮ ਹੋਵੋਗੇ, ਤੁਹਾਡੀ ਬੇਗਮ ਤੁਹਾਡੇ ਨਾਲ ਹਰ ਗੱਲ ਸ਼ੇਅਰ ਕਰੇਗੀ। ਅਗਰ ਤੁਸੀਂ ਸਖਤ ਹੋਵੋਗੇ ਔਰ ਹਰ ਟਾਈਮ ਤੁਸੀਂ ਚਿੜਚਿੜੇ ਹੋਵੋਗੇ ਜਾਂ ਗੁੱਸੇ 'ਚ ਰਹੋਗੇ, ਤੁਹਾਡੀ ਬੇਗਮ ਵੀ ਤੁਹਾਡੀ ਦੋਸਤ ਨਹੀਂ ਹੋਏਗੀ, ਉਹ ਸਾਰੀਆਂ ਗੱਲਾਂ ਜ਼ਾਹਰੀ ਗੱਲ ਕਿਸ ਤਰ੍ਹਾਂ ਸ਼ੇਅਰ ਕਰੇਗੀ,
ਜੋ ਬਾਹਰ ਆਪਣੀਆਂ ਭੈਣਾਂ ਨਾਲ ਆਪਣੇ ਕਿਸੇ ਹੋਰ ਰਿਸ਼ਤੇਦਾਰਾਂ ਸ਼ੇਅਰ ਕਰੇਗੀ ਤਾਂ ਜ਼ਾਹਰੀ ਗੱਲ ਫਿਰ ਘਰ 'ਚ ਨੁਕਸਾਨ ਤੁਹਾਡੇ ਘਰ ਦਾ ਹੀ ਹੋਣਾ ਹੈ। ਕਿਉਂ ਨਾ ਇਸ ਤੋਂ ਪਹਿਲਾਂ ਤੁਸੀਂ ਵਕਤ ਨੂੰ ਬਚਾਓ ਤੇ ਆਪਣੇ ਦੋਸਤ, ਆਪਣੀ ਬੇਗਮ ਦੇ ਦੋਸਤ, ਫਰੈਂਡਸ਼ਿਪ ਆਪਣੇ ਘਰ 'ਚ ਤਿਆਰ ਕਰੋ ਤੇ ਸਭ ਕੁਝ ਘਰ ਦੇ ਵਿੱਚ ਅੱਛਾ ਕਰੋ, ਨਾ ਕਿ ਤੁਹਾਡੀ ਬੇਗਮ ਹੀ ਆਪਣੀਆਂ ਭੈਣਾਂ ਨਾਲ ਜਾਂ ਆਪਣੇ ਮਾਂ-ਬਾਪ ਨਾਲ ਗੱਲ ਕਰੇ, ਤੁਸੀਂ ਉਹਦੇ ਸਭ ਕੁਝ ਬਣ ਕੇ ਅਸੀਂ ਖੁਦ ਕਿਉਂ ਨਹੀਂ ਸੁਣ ਲੈਂਦੇ, ਉਹਨੂੰ ਕੀ ਦੁੱਖ ਹੈ, ਉਹਨੂੰ ਕੀ ਸੁੱਖ ਹੈ। ਇਹਦੇ ਬਾਰੇ ਤੁਹਾਨੂੰ ਚਾਹੀਦਾ ਕਿ ਤੁਸੀਂ ਉਹਦੇ ਦੋਸਤ ਬਣ ਕੇ ਹਰ ਗੱਲ ਜਾਣੋ। ਇਹਦੇ ਵਿੱਚ ਮੈਂ ਇੱਕ ਛੋਟੀ ਜਿਹੀ ਇੱਕ ਹੋਰ ਜਿਹੜੀ ਮਿਸਾਲ ਦਵਾਂਗਾ ਕਿ ਜਿਸ ਤਰ੍ਹਾਂ ਮਤਲਬ ਕਿ ਮੀਆਂ ਬੀਵੀ ਨੇ, ਠੀਕ ਹੈ, ਅਸੀਂ ਕਈ ਹੁੰਦੇ ਨੇ, ਕਈ ਖਾਵੰਦ ਹੁੰਦੇ ਨੇ, ਉਹ ਔਰਤਾਂ ਦੇ ਤੇ ਰਿਸ਼ਤੇਦਾਰਾਂ ਦੀਆਂ ਗੱਲਾਂ ਮਤਲਬ ਸੁਣਦੇ ਨੇ, ਪੁੱਛਦੇ ਨੇ, ਕਦੀ ਆਪਣਿਆਂ ਦੀਆਂ ਨਹੀਂ ਦੱਸੀਆਂ, ਠੀਕ ਹੈ। ਜਾਂ ਫਰਜ਼ ਕਰੋ ਕਿ ਔਰਤ ਨੇ ਅਗਰ ਬੰਦੇ ਦੇ ਖਾਨਦਾਨ ਦੇ ਭੈਣ ਭਰਾਵਾਂ ਤੇ ਜਾਂ ਕੋਈ ਰਿਸ਼ਤੇਦਾਰਾਂ ਤੇ ਕੋਈ ਗੱਲ ਕੀਤੀ ਤੇ ਬੰਦੇ ਨੂੰ ਗੁੱਸਾ ਲੱਗਦਾ, ਠੀਕ ਹੈ। ਕਦੀ ਇਹ ਹੁੰਦਾ ਕਿ ਔਰਤ ਦੇ ਜਿਹੜੀ ਹੈ ਉਹ ਮਤਲਬ ਉਹਦੇ ਤੇ ਗੱਲ ਕੀਤੀ ਤੇ ਔਰਤ ਨੂੰ ਬੁਰਾ ਲੱਗਦਾ, ਤੇ ਇਸ ਤਰ੍ਹਾਂ ਇਹ ਜਿਹੜਾ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਸਾਡੇ ਵਿੱਚ, ਕਵਾਤਾਂ ਵਾਤੀਆਂ ਨੇ, ਠੀਕ ਹੈ। ਉਹਨੂੰ ਇੱਕ ਜਿਹੜਾ ਨਾ ਤੁਸੀਂ ਦੋਸਤਾਨਾ ਮਾਹੌਲ ਦੇ ਵਿੱਚ ਲਓ ਔਰ ਡਿਸਕਸ ਕਰੋ। ਤੈਯਬ ਸਾਹਿਬ ਦਾ ਮਕਸਦ ਇਹ ਹੈ ਕਿ ਖੁਦਾ ਦਾ ਵਾਸਤਾ ਕਿਸੇ ਤੀਸਰੀ ਵਜ੍ਹਾ ਨਾਲ ਆਪਣੇ ਘਰ 'ਚ ਲੜਾਈ ਨਾ ਪਾਇਆ ਕਰੋ। ਹਰ ਟਾਈਮ ਇੱਕ ਮੁੱਦਾ ਲੈ ਕੇ ਜਾਂ ਕੋਈ ਵੀ ਮੁੱਖ ਮੁੱਦੇ, ਚਾਹੇ ਮਰਦ ਲੈ ਲਵੇ ਜਾਂ ਔਰਤ ਲੈ ਲਵੇ, ਇੰਜ ਕਹਿ ਰਹੇ ਹੋ ਨਾ, ਤੇ ਉਹਨੂੰ ਮੁੱਦਾ ਬਣਾ ਕੇ ਹਰ ਟਾਈਮ ਉੱਤੇ ਆਪਸ 'ਚ ਮੂੰਹ ਮਾਰੀ ਕਰਦੇ ਰਹਿਣਾ। ਔਰ ਮੂੰਹ ਮਾਰੀ ਹਮੇਸ਼ਾ ਜਿਹੜੀ ਨੁਕਤਾਚੀਨੀ ਹੁੰਦੀ ਹੈ, ਇਨਸਾਨ ਇੱਕ ਦੂਜੇ ਕੋਲ ਦੂਰ ਕਰ ਦਿੰਦੀ ਹੈ। ਤੇ ਕਿਸੇ ਤੀਸਰੀ ਵਜ੍ਹਾ ਨਾਲ ਆਪਣੇ ਘਰ ਦਾ ਮਾਹੌਲ, ਥੋੜਾ ਜ਼ਿੰਦਗੀ ਦਾ ਟਾਈਮ ਹੈ, ਇਹਨੂੰ ਜ਼ਾਇਆ ਨਾ ਕਰਿਆ ਕਰੋ, ਪਿਆਰ ਮੁਹੱਬਤ ਨਾਲ ਰਿਹਾ ਕਰੋ। ਤੇ ਜੋ ਤੈਯਬ ਸਾਹਿਬ ਨੇ ਕਿਹਾ ਬਿਲਕੁਲ ਠੀਕ ਹੈ। ਬਲਕਿ ਮੇਰੀ ਤੇ ਰਿਕੁਐਸਟ ਹੈ ਸਭ ਦੋਸਤਾਂ ਦੇ ਅੱਗੇ ਔਰ ਇਹ ਵੇ ਕਿ ਪਿਆਰ ਮੁਹੱਬਤ ਨਾਲ ਰਹੋ, ਠੀਕ ਹੈ। ਤੁਸੀਂ ਦੇਖੋ ਕਿ ਅਸੀਂ ਪੁਰਾਣੇ ਦੌਰ ਨੂੰ ਦੇਖੀ ਹਾਂ, ਅੱਜ ਤੋਂ 10-15 ਸਾਲ ਪਹਿਲਾਂ ਚਲੇ ਜਾਈਏ, ਅਸੀਂ ਬਜ਼ੁਰਗਾਂ ਦੀ ਇੱਜ਼ਤ ਕਰਦੇ ਸਾਂ, ਠੀਕ ਹੈ। ਅੱਜ ਉਹ ਇੱਜ਼ਤਾਂ ਨਹੀਂ ਰਹੀਆਂ, ਠੀਕ ਹੈ। ਅੱਜ ਅਸੀਂ ਵਾਕਈ ਉਹ ਇੱਜ਼ਤਾਂ ਨਹੀਂ ਕਰਦੇ। ਬੱਚੇ ਜਿਹੜੇ ਅੱਗੋਂ ਜਿਹੜੇ ਨਵੀਂ ਬੋਧ ਜਿਹੜੀ ਹੈ ਉਹ ਤੇ ਬਿਲਕੁਲ ਹੀ ਛੱਡ ਗਏ ਨੇ। ਹੈ ਸਹੀ ਹੈ, ਲੇਕਿਨ ਉਹ ਚੀਜ਼ ਨਹੀਂ ਹੈ ਜਿਹੜੀ ਪਹਿਲੇ ਸੀ। ਨਹੀਂ, ਲੇਕਿਨ ਉਹ ਵਾਲੀ ਚੀਜ਼ ਕਾਫੀ ਹੱਦ ਤੱਕ ਘਟ ਗਈ, ਔਰ ਉਹਦੇ ਵਿੱਚ ਜ਼ਿੰਮੇਦਾਰ ਅਸੀਂ ਵੀ ਆਏ ਹਾਂ। ਅਸੀਂ ਜਿੰਨੇ ਲਾਡ ਪਿਆਰ ਆਪਣੀ ਔਲਾਦ ਨਾਲ ਕੀਤੇ ਨੇ, ਸਾਨੂੰ ਪਤਾ ਹੀ ਨਹੀਂ ਹੈ, ਨਾ ਸਾਡੇ ਕੋਲ ਕੋਈ ਪੇਰੈਂਟਸ ਕੋਰਸ ਹੁੰਦੇ ਨੇ, ਨਾ ਕੋਈ ਲੈਣ ਦੇਣ, ਨਾ ਕੁਛ ਐਸਾ ਹੈ ਵੇ ਸਾਨੂੰ ਪਤਾ ਹੁੰਦਾ ਕੋਈ ਨਹੀਂ। ਸ਼ਾਦੀਆਂ ਹੋ ਜਾਂਦੀਆਂ ਨੇ ਕਿਉਂਕਿ ਅਸੀਂ ਖੁਦ ਨਹੀਂ ਕੋਈ ਚੀਜ਼ਾਂ ਉਸ ਬੱਚਿਆਂ ਨੂੰ ਡੀਲ ਕਰਨ ਦੇ ਬਾਰੇ ਜਾਣਦੇ, ਤੇ ਫਿਰ ਜਦੋਂ ਸਾਡੇ ਬੱਚੇ ਹੁੰਦੇ ਨੇ ਤੇ ਫਿਰ ਅਸੀਂ ਉਹਨਾਂ ਨੂੰ ਪੂਰੀ ਤਰ੍ਹਾਂ ਡੀਲ ਨਹੀਂ ਕਰ ਪਾਉਂਦੇ। ਇਹਦੇ ਵਿੱਚ ਸਾਡੀਆਂ ਵੀ ਕਮੀਆਂ ਹੈ ਨੇ, ਲੇਕਿਨ ਚਾਹੀਦਾ ਕਿਸੇ ਹੱਦ ਤੱਕ ਅੱਛੀ ਤਰਬੀਅਤ ਕਰਕੇ ਅੱਛੇ ਇੱਕ ਇਨਸਾਨ ਬਣਾ ਦਈਏ ਉਹਨਾਂ ਨੂੰ, ਬੱਚਿਆਂ ਨੂੰ, ਇਹਦੇ ਵਿੱਚ ਫਾਇਦਾ ਜ਼ਰੂਰ ਹੋ ਸਕਦਾ ਹੈ। ਇਹਦੇ ਵਿੱਚ ਮੈਂ ਇੱਕ ਗੱਲ ਕਰਨਾ ਚਾਹਾਂਗਾ ਕਿ ਪਹਿਲੇ ਲੜਾਈਆਂ ਹੁੰਦੀਆਂ ਸਨ, ਝਗੜੇ ਹੁੰਦੇ ਸਨ ਘਰਾਂ ਦੇ ਵਿੱਚ, ਬਿਲਕੁਲ, ਠੀਕ ਹੈ। ਕਹਿਣਾ ਯਾਰ ਫਲਾਣੇ ਚਾਚੇ ਨੂੰ ਆਖੀ, ਬਿਲਕੁਲ, ਅੱਬਾ ਜੀ ਫਲਾਣੇ ਉਹਦੀ ਗੱਲ ਮੰਨਦੇ ਨਹੀਂ, ਜੇ ਦਾਦਾ ਜੀ ਉਹਦੀ ਗੱਲ ਮੰਨਦੇ ਨੇ, ਅਸੀਂ ਜਾ ਕੇ ਜਨਾਬ ਉਹਨਾਂ ਨੂੰ ਕਹਿਣਾ ਕਿ ਯਾਰ ਐਸ ਨਾਲ ਨਾਰਾਜ਼ ਨੇ, ਉਹਨਾਂ ਨੇ ਆਣਾ, ਉਹਨਾਂ ਨੂੰ ਸਮਝਾਉਣਾ, ਉਹਨਾਂ ਕਹਿਣਾ ਠੀਕ ਹੈ, ਉਹ ਵੱਡਾ ਆ ਗਿਆ, ਇੰਨੀ ਇੱਜ਼ਤ ਬਹੁਤ ਹੈ। ਤੇ ਅੱਜ ਉਹ ਚੀਜ਼ ਹਰ ਖਤਮ ਹੋ ਗਈ ਹੈ, ਠੀਕ ਹੈ। ਕੋਈ ਬੱਚਾ ਸ਼ੇਅਰ ਨਹੀਂ ਕਰਦਾ, ਕੋਈ ਤੈਯਬ ਸਾਹਿਬ ਮੈਂ ਤੇ ਗੱਲ ਕਰਾਂ ਕਿ ਬਲਕਿ ਅੱਜ ਜੋ ਤੁਸੀਂ ਪੁਰਾਣੀ ਗੱਲ ਦਿੱਤੀ, ਅੱਜ ਕੱਲ ਤੇ ਮੇਰਾ ਖਿਆਲ ਹੈ ਕਿ ਜ਼ਾਤੀ ਤੌਰ ਤੇ ਬੇਗਮਾਂ ਜਾਂ ਮੀਆਂ ਬੇਗਮ ਦੇ ਰਿਸ਼ਤੇਦਾਰਾਂ ਨੂੰ, ਔਰ ਜਿਹੜੀ ਬੇਗਮ ਹੈ ਉਹ ਮੀਆਂ ਦੇ ਰਿਸ਼ਤੇਦਾਰਾਂ ਨੂੰ, ਉਹ ਤਾਂ ਸਾਰੇ ਦੁਸ਼ਮਣ ਸਮਝਦੇ ਨੇ। ਮੈਂ ਸੌਰੀ ਆਪਣਾ ਲਫ਼ਜ਼ ਬੋਲ ਰਿਹਾ ਆਪਣਾ, ਕਿ ਦੁਸ਼ਮਣ ਸਮਝਦੇ ਨੇ। ਮੇਰਾ ਤਜਰਬਾ ਇਹ ਕਹਿੰਦਾ ਕਿ ਦੁਸ਼ਮਣ ਤੱਕ ਸਮਝਦੇ ਨੇ ਕਿ ਨਹੀਂ, ਕਿਸੇ ਦੂਸਰੇ ਨੂੰ, ਕਿਸੇ ਨੂੰ ਵੱਡੇ ਨੇ ਆ ਕੇ ਕੁਝ ਸਮਝਾਤਾ, ਕਿਉਂ ਸਮਝਾਇਆ, ਅਸੀਂ ਖੁਦ ਹੀ ਬੜੇ ਸਮਝਦਾਰ ਹਾਂ, ਹਰ ਮਸਲੇ ਦਾ ਹੱਲ ਸਾਨੂੰ ਆਪ ਆਉਂਦਾ ਹੈ, ਅਸੀਂ ਕਿਸੇ ਨਾਲ ਬੇਵਕੂਫ ਹਾਂ। ਔਰ ਇਹੀ ਸਭ ਨਾਲ ਵੱਡੀ ਬੇਵਕੂਫੀ ਹੁੰਦੀ ਕਿ ਜਿਹੜਾ ਇਨਸਾਨ ਆਪਣੇ ਨੂੰ ਦੁਨੀਆ ਨਾਲੋਂ ਸਭ ਤੋਂ ਜ਼ਿਆਦਾ ਅਕਲਮੰਦ ਸਮਝੇ ਕਿ ਮੈਂ ਅਕਲਮੰਦ ਹਾਂ। ਔਰ ਇਹੀ ਚੀਜ਼ਾਂ ਅਗਰ ਦੇਖੋ ਕਿ ਸਾਡੇ ਘਰਾਂ ਦੇ ਵਿੱਚ ਅਗਰ ਚੱਲਦੀਆਂ ਨੇ, ਠੀਕ ਹੈ, ਉਹੀ ਬੱਚੇ ਅੱਗੋਂ ਫਿਰ ਪਿਕ ਕਰਦੇ ਨੇ, ਔਰ ਬੱਚਿਆਂ ਦੇ ਵਿੱਚੋਂ ਵੱਡਿਆਂ ਦੀ ਇੱਜ਼ਤ ਨਹੀਂ ਰਹਿੰਦੀ। ਬਿਲਕੁਲ, ਕਿਉਂ ਨਹੀਂ, ਠੀਕ ਹੈ, ਬਿਲਕੁਲ। ਇਸ ਵਜ੍ਹਾ ਤੋਂ ਬੱਚੇ ਜਿਹੜੇ ਨੇ ਇੱਜ਼ਤ ਨਹੀਂ ਕਰਦੇ ਵੱਡਿਆਂ ਦੀ। ਇਹੀ ਚੀਜ਼ਾਂ ਨੇ ਸਾਨੂੰ ਖੁਦ ਨਮੂਨਾ ਬਣਨਾ ਚਾਹੀਦਾ ਬੱਚਿਆਂ ਦੇ ਅੱਗੇ, ਠੀਕ ਹੈ। ਘਰ ਦੇ ਵਿੱਚ ਸਾਨੂੰ ਖੁਦ ਨਮੂਨਾ ਬਣਨਾ ਚਾਹੀਦਾ ਤਾਂ ਕਿ ਸਾਨੂੰ ਦੇਖ ਕੇ ਤੇ ਸਾਡੇ ਬੱਚਿਆਂ ਦੇ ਦਿਲਾਂ ਦੇ ਵਿੱਚ ਵੱਡਿਆਂ ਦੀ ਰਿਸਪੈਕਟ ਹੋਵੇ। ਤੁਹਾਡੀ ਗੱਲ ਤੋਂ ਇਹ ਗੱਲ ਮੇਰੇ ਜ਼ਿਹਨ ਚ ਆਈ ਕਿ ਬੱਚਾ ਇੱਕ ਛੋਟਾ ਹੁੰਦਾ ਹੈ, ਉਹ ਆਪਣੇ ਮਾਂ-ਬਾਪ ਨੂੰ ਬਚਪਨ 'ਚ ਦੇਖਦਾ ਹੈ ਕਿ ਮੇਰੀ ਮਾਂ ਦਾ ਮੇਰੇ ਬਾਪ ਨਾਲ ਕੀ ਸਲੂਕ ਹੈ, ਔਰ ਮੇਰੇ ਬਾਪ ਦਾ ਸਾਰੀ ਜ਼ਿੰਦਗੀ ਮੇਰੀ ਮਾਂ ਨਾਲ ਕੀ ਸਲੂਕ ਹੈ। ਉਹ ਉਹਨਾਂ ਕੋਲੋਂ ਸਿੱਖ ਲੈਂਦਾ ਹੈ ਕਿ ਇਹਦੇ ਵਿੱਚ ਵੀ ਰਿਸ਼ਤੇਦਾਰਾਂ ਦੇ ਨਾਲ ਵੀ ਕੀ ਸਲੂਕ ਹੈ, ਰਿਸ਼ਤੇਦਾਰਾਂ ਨਾਲ ਕੀ ਸਲੂਕ ਹੈ, ਕਿ ਮੇਰੀ ਮਾਂ ਨੇ ਮੇਰੇ ਰਿਸ਼ਤੇਦਾਰਾਂ ਦੇ ਨਾਲ ਕੀ ਸਲੂਕ ਕੀਤਾ ਸਾਰੀ ਜ਼ਿੰਦਗੀ, ਉਹਨੂੰ ਅੱਛਾ ਸਮਝਿਆ ਜਾਂ ਬੁਰਾ ਸਮਝਿਆ, ਤੇ ਮੇਰੇ ਬਾਪ ਨੇ ਅੱਛੇ ਰਿਸ਼ਤੇਦਾਰਾਂ ਨੂੰ ਅੱਛਾ ਸਮਝਿਆ ਕਿ ਬੁਰਾ ਸਮਝਿਆ। ਉਹ ਬੱਚਾ ਪਿਕ ਕਰ ਲੈਂਦਾ ਹੈ। ਜਦੋਂ ਬੱਚਾ ਪਿਕ ਕਰ ਲੈਂਦਾ ਹੈ, ਵੱਡਾ ਹੋ ਕੇ ਇਨਸਾਨ ਬਣਦਾ ਹੈ, ਉਹਦੇ ਅੰਦਰ ਸਾਰੀਆਂ ਖਸੂਸੀਅਤਾਂ ਉਹੀ ਹੁੰਦੀਆਂ ਨੇ ਜੋ ਉਹਨੇ ਬਚਪਨ 'ਚ ਆਪਣੇ ਮਾਂ-ਬਾਪ ਨੂੰ ਦੇਖਿਆ ਹੈ, ਔਰ ਉਹਦੀ ਉਹ ਕਾਪੀ ਕਰ ਲੈਂਦਾ ਹੈ, ਤੇ ਫਿਰ ਸਾਰੀ ਜ਼ਿੰਦਗੀ ਅੱਗੋਂ ਉਹ ਵੀ ਉਹੀ ਬਣਦਾ ਹੈ ਜੋ ਮਾਂ-ਬਾਪ ਹੋਏ। ਇਸ ਲਈ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ, ਅਸੀਂ ਕੋਈ ਵੀ ਮੁਕੰਮਲ ਨਹੀਂ ਹੈ, ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਕਿ ਅੱਛੇ ਬਾਪ ਬਣੀਏ, ਅੱਛੇ ਸ਼ੋਹਰ ਬਣੀਏ, ਅੱਛੇ ਤੋਂ ਇਲਾਵਾ ਦੋਸਤ ਬਣੀਏ ਅਸੀਂ, ਔਰ ਇਹਦੇ ਨਾਲ ਅਸੀਂ ਅੱਛੇ ਰਿਸ਼ਤੇਦਾਰ ਵੀ ਬਣੀਏ, ਕਿਉਂਕਿ ਅਸੀਂ ਰਿਸਪੈਕਟ ਕਰਾਂਗੇ, ਅਸੀਂ ਆਪਣੇ ਰਿਸ਼ਤੇਦਾਰਾਂ ਨੂੰ ਘਰਾਂ ਦੇ ਵਿੱਚ ਰਿਸਪੈਕਟ ਨਾਲ ਬੁਲਾਵਾਂਗੇ, ਉਹਨਾਂ ਦੀਆਂ ਗੱਲਾਂ ਕਰਾਂਗੇ, ਤੇ ਸਾਡੀਆਂ ਔਲਾਦਾਂ ਉਸ ਚੀਜ਼ ਨੂੰ ਪਿਕ ਕਰਨਗੀਆਂ। ਅਗਰ ਇੱਕ ਘਰ ਦੇ ਵਿੱਚ ਉਹਦੇ ਅੰਦਰ ਵੀ ਜਿਹੜਾ ਰਿਸਪੈਕਟ, ਤੁਹਾਡੀ ਗੱਲ ਦਾ ਮਜ਼ਾ ਆਇਆ, ਅਗਰ ਇੱਕ ਘਰ ਦੇ ਵਿੱਚ ਰਿਸ਼ਤੇਦਾਰਾਂ ਨੂੰ ਲੈ ਕੇ ਹਰ ਟਾਈਮ
ਤਾਨਾਜ਼ਨੀ ਕੀਤੀ ਜਾਂਦੀ ਹੈ, ਹਰ ਟਾਈਮ ਬੁਰਾ ਬੋਲਿਆ ਜਾਂਦਾ, ਹਰ ਟਾਈਮ ਗਾਲੀ ਗਲੋਚ ਕੀਤਾ ਜਾਂਦਾ ਜਾਂ ਬੁਰੇ ਅਲਫਾਜ਼ 'ਚ ਹਰ ਟਾਈਮ ਸ਼ਦੀਦ ਤਨਕੀਦ ਹੁੰਦੀ ਹੈ, ਤੇ ਉਹ ਜਿਹੜੇ ਬੱਚੇ ਬੈਠੇ ਕੋਲ ਕੀ ਸਿੱਖ ਰਹੇ ਹੁੰਦੇ ਨੇ, ਉਹ ਬੱਚਿਆਂ ਦਾ ਜ਼ਿਹਨ ਬਣ ਜਾਂਦਾ ਹੈ ਕਿ ਸਾਡੇ ਰਿਸ਼ਤੇਦਾਰ ਗੰਦੇ ਨੇ ਤੇ ਖਰਾਬ ਨੇ। ਜੋ ਸਾਡਾ ਬਾਪ ਕਹਿ ਰਿਹਾ ਗੰਦੇ ਨੇ, ਜਾਂ ਸਾਡੀ ਮਾਂ ਕਹਿ ਰਹੀ ਕਿ ਤੁਹਾਡੇ ਜਿਹੜੇ ਰਿਸ਼ਤੇਦਾਰ ਨੇ ਗੰਦੇ ਨੇ, ਮਗਰ ਬਾਪ ਕਹਿ ਰਿਹਾ ਨਾਨਕੇ ਗੰਦੇ ਨੇ ਤੇ ਮਾਂ ਕਹਿ ਰਹੀ ਹੈ ਕਿ ਦਾਦਕੇ ਗੰਦੇ ਨੇ, ਇਹਦਾ ਮਤਲਬ ਕਿ ਜੇ ਵੱਡੇ ਕਹਿ ਰਹੇ ਨੇ ਤੇ ਆਪਣੇ ਆਪ ਨੂੰ ਅਕਲਮੰਦ ਕਹਿੰਦੇ ਨੇ, ਜੇ ਇਹ ਉਹਨਾਂ ਨੂੰ ਬੁਰਾ ਜਾਂ ਗੰਦਾ ਕਹਿ ਰਹੇ ਨੇ, ਇਹਦਾ ਮਤਲਬ ਉਹ ਹੈ ਹੀ ਬੁਰੇ ਤੇ ਗੰਦੇ ਨੇ, ਤੇ ਫਿਰ ਉਹ ਬੱਚੇ ਸਬਕ ਲੈ ਜਾਂਦੇ ਨੇ। ਤੇ ਫਿਰ ਸਾਰੀ ਜ਼ਿੰਦਗੀ ਉਹ ਜਿਹੜੇ ਤੁਸੀਂ ਬਚਪਨ ਜਿਹੜਾ ਬੱਚਾ ਹੁੰਦਾ ਨਾ, ਗੱਲ ਯਾਦ ਰੱਖਿਓ, ਇੱਕ ਸਫੈਦ ਪੇਪਰ ਹੁੰਦਾ ਜੇ, ਵਾਈਟ ਪੇਪਰ ਜਿਹਨੂੰ ਕਹਿੰਦੇ ਹੋ, ਇਹ ਤੇ ਜੋ ਅਸੀਂ ਬਚਪਨ 'ਚ ਲਿਖ ਦਿੱਤਾ ਉਹ ਲਿਖਿਆ ਗਿਆ, ਪੂਰੀ ਜ਼ਿੰਦਗੀ ਉਹ ਮਿਟਣਾ ਨਹੀਂ ਜੇ। ਜੋ ਅਸੀਂ ਬਚਪਨ 'ਚ ਲਿਖਤਾ ਉਹ ਲਿਖ ਕਰਤਾ, ਤੁਸੀਂ ਲਿਖ ਦਿਓ ਅੱਛਾ ਤੇ ਉਹ ਅੱਛਾ ਹੈ, ਤੁਸੀਂ ਲਿਖ ਦਿਓ ਬੁਰਾ ਤੇ ਬੁਰਾ ਹੈ। ਇਸ ਲਈ ਆਪਣੇ ਬੱਚਿਆਂ ਦੇ ਵਾਈਟ ਪੇਪਰ ਉੱਤੇ ਉਹ ਲਿਖਿਓ ਜੋ ਤੁਸੀਂ ਆਉਣ ਵਾਲੇ ਵਕਤ 'ਚ ਵੇਖਣਾ ਚਾਹੁੰਦੇ ਹੋ। ਅਗਰ ਤੁਸੀਂ ਅੱਜ ਆਪਣੇ ਵਾਲਿਆਂ ਦੀ ਖਿਦਮਤ ਕੀਤੀ ਹੈ, ਇਹ ਹੋ ਨਹੀਂ ਸਕਦਾ ਕਿ ਤੁਹਾਡੇ ਬੱਚੇ ਤੁਹਾਡੀ ਖਿਦਮਤ ਨਾ ਕਰਨ, ਲੇਕਿਨ ਅਗਰ ਤੁਸੀਂ ਆਪਣੇ ਵਾਲਿਆਂ ਨੂੰ ਹਰ ਟਾਈਮ ਬਿਜ਼ਤ ਕੀਤਾ ਹੈ, ਉਹਨਾਂ ਦੇ ਬਾਰੇ ਨਫ਼ਰਤ ਦਾ ਇਜ਼ਹਾਰ ਕੀਤਾ ਹੈ, ਤੇ ਬੱਚੇ ਇਹ ਹੋ ਨਹੀਂ ਸਕਦਾ ਕਿ ਬੱਚੇ ਉਹ ਨਫ਼ਰਤ ਅੱਗੂ ਨਾ ਵਧਾਉਣ। ਬਾਕੀ ਇਹ ਵੀ ਕਿ ਦੋਸਤਾਂ ਦੇ ਅੱਗੇ ਰਿਕੁਐਸਟ ਹੈ ਕਿ ਆਪਣੇ ਆਪਣੇ ਘਰਾਂ ਦੇ ਵਿੱਚ ਪਿਆਰ ਮੁਹੱਬਤ ਦਾ ਜਿਹੜਾ ਇੱਕ ਤੁਸੀਂ ਰਿਸ਼ਤਿਆਂ ਦੇ ਵਿੱਚ ਜਿਹੜੀ ਪਿਆਰ ਮੁਹੱਬਤ ਉਹ ਵਧਾਓ, ਠੀਕ ਹੈ, ਖਲੂਸ ਲਿਆਓ, ਤਾਂ ਕਿ ਸਾਡੀਆਂ ਆਉਣ ਵਾਲੀਆਂ ਨਸਲਾਂ ਜਿਹੜੀਆਂ ਨੇ ਕਿਉਂ ਨਹੀਂ ਉਹ ਵੀ ਬਹੁਤ ਦੂਰ ਹੋ ਗਈਆਂ ਨੇ, ਉਹ ਦੂਰ ਹੋ ਗਈਆਂ ਨੇ, ਔਰ ਉਹ ਪਿਆਰ ਦੇ ਨਾਲ ਨਜ਼ਦੀਕ ਆਣ। ਬਿਲਕੁਲ ਉਹਨਾਂ ਦੇ ਵਿੱਚ ਅਹਿਸਾਸਾਤ ਜਾਗਣ ਜਿਹੜੇ, ਯਾਨੀ ਕਿ ਅਸੀਂ ਜਿਨ੍ਹਾਂ ਨੂੰ ਗਵਾ ਬੈਠੇ ਆ, ਸਵਾ ਬੈਠੇ ਆ ਆਪਣੇ ਅਹਿਸਾਸ ਨੂੰ, ਠੀਕ ਹੈ। ਔਰ ਰਿਕੁਐਸਟ ਹੈ ਕਿ ਹਰ ਇਨਸਾਨ ਜਿਹੜਾ ਵਾ ਆਪਣੇ ਅੰਦਰ ਇੱਕ ਤਬਦੀਲੀ ਪੈਦਾ ਕਰੇ। ਔਰ ਅਕਸਰ ਮੀਆਂ ਬੀਵੀ ਦੀ ਆਪਸ ਵਿੱਚ ਚੱਕਰਸ ਚੱਲਦੀ ਰਹਿੰਦੀ ਏ, ਉਹਦੇ ਘਰ ਦੇ ਤਾਨੇ ਮਿਹਣੇ, ਉਹ ਬੇਗਮ ਉਹਦੇ ਘਰ ਦੇ ਤਾਨੇ ਮਿਹਣੇ। ਮੇਰੇ ਦੋਸਤ ਵਿੱਚ ਕੀ ਬਣਦਾ ਜੇ? ਕੁਛ ਵੀ ਨਹੀਂ ਜੇ ਬਣਦਾ। ਕਿੰਨੀ ਜ਼ਿੰਦਗੀ ਹੈ? ਅਗਰ ਤੁਹਾਡੀ ਸ਼ਾਦੀ ਹੋਈ ਹੈ, ਤੁਸੀਂ 30 ਸਾਲ ਦੇ ਹੋ ਇਸ ਟਾਈਮ ਜਾਂ 35 ਸਾਲ ਦੇ ਹੋ, ਤੇ ਬਾਕੀ ਕਿੰਨੀ ਉਮਰ ਬਚੀ ਜੇ? ਮੇਰੇ ਸੋਹਣਿਆ 20 ਤੋਂ 25 ਸਾਲ ਬਚੀ, ਅਗਰ ਬੜੀ ਵੀ ਬਚੀ 30 ਸਾਲ ਬਚੀ। ਬੁਢਾਪੇ ਵਿੱਚ ਬੰਦਾ ਜਾ ਕੇ ਵੈਸੇ ਕਿਸੇ ਜੋਗਾ ਨਾ ਹੁੰਦਾ, ਤੇ ਇਹਦਾ ਮਤਲਬ 15 ਤੋਂ 20 ਸਾਲ ਹੈ ਤੁਹਾਡੀ ਅੱਛੀ ਸ਼ਖਸੀਅਤ ਬਣਨ ਦਾ। ਔਰ ਜੋ ਤੁਸੀਂ ਕਰ ਰਹੇ ਹੋ ਤੁਹਾਡੇ ਬੱਚੇ ਨੋਟ ਕਰ ਰਹੇ ਨੇ, ਇਸ ਲਈ 15-20 ਸਾਲ ਅੱਛੇ ਤਰੀਕੇ ਨਾਲ ਗੁਜ਼ਾਰ ਲਓ, ਬਾਕੀ ਤਾਂ ਗੁਜ਼ਾਰ ਹੀ ਚੁੱਕੇ ਹੋ। ਇਸ ਤਰ੍ਹਾਂ ਹੀ ਬਾਕੀ ਟਾਈਮ ਦੀ ਕਮੀ ਦੀ ਵਜ੍ਹਾ ਤੋਂ ਦੋਸਤਾਂ ਕੋਲੋਂ ਅਸੀਂ ਇਜਾਜ਼ਤ ਚਾਹਾਂਗੇ। ਦੋਸਤੋ ਟਾਈਮ ਘੱਟ ਹੈ, ਇਨਸ਼ਾਅੱਲਾ ਇਸ ਮੌਕੇ ਤੇ ਫਿਰ ਗੱਲਬਾਤ ਹੋਏਗੀ, ਤੇ ਇਨਸ਼ਾਅੱਲਾ ਨਾਲ ਫਿਰ ਗੱਪਸ਼ਪ ਹੋਏਗੀ। अस्सलाम वालेकुम ਤੇ ਖੁਦਾ ਹਾਫਿਜ਼। ਖੁਦਾ ਹਾਫਿਜ਼।